ਸਤਿ ਸ਼੍ਰੀ ਅਕਾਲ। ਮੈਂ ਵਿਨੋਦ ਕੁਮਾਰ ਹੋਪ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਤੇ ਮੈਂ ਸੁਖਜਿੰਦਰ ਸਿੰਘ ਹੋਪ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਅਸੀਂ ਅੱਜ ਸਬ ਕਲਾਸ 491 ਨਿਊ ਸਾਊਥ ਵੇਲਜ਼ ਦੀ ਨੋਮੀਨੇਸ਼ਨ ਬਾਰੇ ਗੱਲ ਕਰਾਂਗੇ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪਿੱਛੇ ਜਿਹੇ ਨਿਊ ਸਾਊਥ ਵੇਲਜ਼ 491 ਵਿੱਚ ਚੇਂਜਿਸ ਆਏ ਸਨ ਤੇ ਅੱਜ ਮੇਰੇ ਨਾਲ ਮਿਸਟਰ ਸੁਖਜਿੰਦਰਪਾਲ ਸਿੰਘ ਜੋ ਕਿ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹਨ, ਉਹ ਸਾਡੇ ਨਾਲ ਇਹਨਾਂ ਚੇਂਜਿਸ ਬਾਰੇ ਗੱਲਬਾਤ ਕਰਨਗੇ ਤੇ ਸਾਨੂੰ ਡਿਟੇਲ ਵਿੱਚ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਕਿਹੜੇ ਐਪਲੀਕੈਂਟ ਇਹਦੇ ਵਿੱਚ ਐਲੀਜੀਬਲ ਹੋ ਸਕਦੇ ਹਨ ਅਪਲਾਈ ਕਰਨ ਵਾਸਤੇ। ਸੁਖਜਿੰਦਰਪਾਲ ਸਿੰਘ ਜੀ, ਪਲੀਜ਼ ਸਾਨੂੰ ਦੱਸੋ ਕਿ ਕਿਹੜੇ ਚੇਂਜਿਸ ਆਏ ਹਨ। ਥੈਂਕ ਯੂ ਵਿਨੋਦ ਜੀ। ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਜਾਵੇ ਕਿ ਜਿਹੜਾ ਇਹ ਚੇਂਜਸ ਆਈਆਂ ਨੇ ਇਹਦੇ ਵਿੱਚ ਹਲੇ ਇਹ ਕੰਪਲੀਟ ਨਹੀਂ ਹੈਗੀਆਂ। ਸੋ 491 ਦਾ ਕ੍ਰਾਈਟੇਰੀਆ ਜਿਹੜਾ ਨਿਊ ਸਾਊਥ ਵੇਲ ਨੇ ਉਹ ਆਪਣੀ ਵੈਬਸਾਈਟ ਤੇ ਪਾ ਦਿੱਤਾ ਹੈਗਾ, ਬਟ ਦੇ ਆਰ ਨਾਟ ਇਨ ਕੰਪਲੀਟ ਇਨ ਅ ਸੈਂਸ ਕਿ ਜਿਹੜੀਆਂ RDAs ਨੇ, ਰੀਜਨਲ ਡਿਵੈਲਪਮੈਂਟ ਆਸਟ੍ਰੇਲੀਆ ਅਥਾਰਟੀਜ਼ ਨੇ, ਕਮੇਟੀਆਂ ਨੇ, ਜਿਹਨੂੰ ਆਪਾਂ ਪਹਿਲਾਂ ਰੀਜਨਲ ਬੋਡੀਜ਼ ਕਹਿੰਦੇ ਸੀ 187 ਵੀਜ਼ੇ ਦੇ ਰਜੀਮ ਦੇ ਵਿੱਚ, ਜੋ 187 ਵੀਜ਼ਾ ਹੁੰਦਾ ਸੀਗਾ, ਉਹ ਬੋਡੀਜ਼ ਨੂੰ ਇਹਨਾਂ ਨੇ 491 ਤੇ 494 ਜਿਹੜਾ ਇੱਕ ਇੰਪਲੋਇਰ ਸਪੌਂਸਰਡ ਵੀਜ਼ਾ ਉਹਦੀ ਫਿਰ ਜ਼ਿੰਮੇਵਾਰੀ ਦਿੱਤੀ ਹੈ। ਉਹਨਾਂ ਸਾਰੀਆਂ ਜਿਹੜੀਆਂ RDAs ਨੇ ਨਿਊ ਸਾਊਥ ਵੇਲ ਦੀਆਂ, ਉਹਨਾਂ ਨੇ ਹਾਲੇ ਆਪਣੀ ਆਕੂਪੇਸ਼ਨ ਲਿਸਟ ਜਿਹੜੀਆਂ ਉਹ ਡਿਕਲੇਅਰ ਨਹੀਂ ਕੀਤੀਆਂ। ਇਹਦਾ ਮਤਲਬ ਜਿਹੜੇ RDAs ਉਹ ਆਪਣੀ ਆਕੂਪੇਸ਼ਨ ਲਿਸਟ ਡਿਕਲੇਅਰ ਕਰਨ। ਹਾਂ, ਜਿਹੜਾ ਕ੍ਰਾਈਟੇਰੀਆ ਉਹ ਨਿਊ ਸਾਊਥ ਵੇਲ ਦੇ ਜਿਹੜਾ ਇੰਡਸਟਰੀ ਡਿਪਾਰਟਮੈਂਟ ਆ ਉਹ ਸਟੇਟ ਵਾਈਡ ਸੇਮ ਹੋਏਗਾ ਕ੍ਰਾਈਟੇਰੀਆ, ਹਾਲੇ ਤੱਕ ਦੀ ਇਹ ਇਨਫੋਰਮੇਸ਼ਨ ਹੈ। ਤੇ ਜਿਹੜੀਆਂ RDAs ਨੇ ਸਾਰੀਆਂ ਜਿਹੜੀਆਂ ਰੀਜਨਲ ਬੋਡੀਜ਼ ਨੇ, ਉਹ ਆਪਣੀ ਆਕੂਪੇਸ਼ਨ ਲਿਸਟ ਬੇਸਡ ਔਨ ਦੇਅਰ ਰਿਕੁਆਇਰਮੈਂਟਸ, ਜਿਹੜੀਆਂ ਉਹਨਾਂ ਦੇ ਏਰੀਆ ਦੀ ਰਿਕੁਆਇਰਮੈਂਟਸ ਦੇ ਬੇਸ ਤੇ ਉਹ ਆਪਣੀ ਆਕੂਪੇਸ਼ਨ ਲਿਸਟ ਜਿਹੜੀ ਹੈ ਉਹ ਡਿਜ਼ਾਈਨ ਕਰਨਗੇ। ਤੇ ਜਿਹੜਾ ਇਹ ਅਸੈਸਮੈਂਟ ਹੈਗੀ ਐਪਲੀਕੇਸ਼ਨਸ ਦੀ, ਉਹ ਵੀ RDAs ਹੀ ਕਰਨਗੀਆਂ ਜਿਹੜੀਆਂ ਨੋਮੀਨੇਸ਼ਨ ਐਪਲੀਕੇਸ਼ਨ ਦੀਆਂ ਹੋਣਗੀਆਂ, ਲੁਕਿੰਗ ਐਟ ਦ ਕ੍ਰਾਈਟੇਰੀਆ ਵਿਚ ਇਜ਼ ਡਿਫਾਈਨਡ ਬਾਈ ਦ ਨਿਊ ਸਾਊਥ ਵੇਲ ਬੋਡੀ। ਸੋ ਕ੍ਰਾਈਟੇਰੀਆ ਨਿਊ ਸਾਊਥ ਵੇਲ ਬੋਡੀ ਦਾ ਹੋਏਗਾ, ਹਰ ਇੱਕ RDA ਦਾ ਆਪਣਾ ਕ੍ਰਾਈਟੇਰੀਆ ਨਹੀਂ ਹੋਏਗਾ। ਹਰ ਇੱਕ RDA ਦਾ ਬਸ ਇਹ ਉਹਨਾਂ ਨੂੰ ਅਧਾਰ ਦਿੱਤੇ ਨੇ ਕਿ ਤੁਸੀਂ ਆਪਣੀ ਆਕੂਪੇਸ਼ਨ ਲਿਸਟ ਬਣਾ ਲਓ ਤੇ ਨਾਲ ਤੁਸੀਂ ਅਸੈਸਮੈਂਟ ਕਰੋਗੇ ਇਨ ਲਾਈਨ ਵਿਦ ਦ ਕ੍ਰਾਈਟੇਰੀਆ ਡਿਫਾਈਨਡ ਬਾਈ ਦ ਨਿਊ ਸਾਊਥ ਵੇਲ ਡਿਪਾਰਟਮੈਂਟ। ਓਕੇ, ਠੀਕ ਹੈ। ਤੇ ਪਹਿਲੀ ਕੈਟਾਗਰੀ ਜਿਹੜੀ ਤੁਸੀਂ ਦੱਸੀ ਸੀ, ਅਸੀਂ ਪਹਿਲਾਂ ਡਿਸਕਸ ਕਰ ਰਹੇ ਸੀ, ਕਿਹੜੀ ਕੈਟਾਗਰੀ ਹੈ ਪਹਿਲੇ ਇਹਨਾਂ ਨੇ ਤਿੰਨਾਂ ਹਿੱਸਿਆਂ 'ਚ ਇਸ ਕ੍ਰਾਈਟੇਰੀਆ ਨੂੰ ਵੰਡਿਆ ਹੈਗਾ। ਪਹਿਲਾਂ ਤਾਂ ਇਹਨਾਂ ਨੇ ਕਹਿਤਾ ਵੀ ਉਹ ਬੰਦੇ ਜਿਹੜੇ ਨਿਊ ਸਾਊਥ ਵੇਲ ਦੇ ਰੀਜਨਲ ਡੈਜ਼ਿਗਨੇਟਡ ਏਰੀਆ ਦਾ ਉਹਨਾਂ ਦੇ ਪੋਸਟ ਕੋਡ ਦਿੱਤੇ ਨੇ। ਹੁਣ ਕਾਫੀ ਜਿੰਨੇ ਵੀ ਪੋਟੈਂਸ਼ੀਅਲ ਮਾਈਗਰੈਂਟ ਜਾਂ ਸਟੂਡੈਂਟ ਜਾਂ ਜਿਹੜੇ ਵੀ ਸਾਡੇ ਕਲਾਇੰਟਲ ਹੈਗਾ ਹੈ, ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਡੈਜ਼ਿਗਨੇਟਡ ਏਰੀਆ ਰੀਜਨਲ ਏਰੀਆ ਕਿਹੜਾ ਉਹਦੇ ਪੋਸਟ ਕੋਡ ਹੈਗੇ ਨੇ। ਸੋ ਉਹ ਕਹਿੰਦੇ ਨੇ ਵੀ ਤੁਸੀਂ ਨਿਊ ਸਾਊਥ ਵੇਲ ਦੇ ਡੈਜ਼ਿਗਨੇਟਡ ਏਰੀਆ 'ਚ 1 ਸਾਲ ਤੋਂ ਰਹਿੰਦੇ ਹੋਣੀ ਚਾਹੀਦੀ ਹੈ ਤੇ ਆਪਣੇ ਆਕੂਪੇਸ਼ਨ ਜਿਹੜੀ ਤੁਹਾਡੀ ਨੋਮੀਨੇਟਡ ਆਕੂਪੇਸ਼ਨ ਹੈ, ਕਿਸੇ ਦੀ ਸ਼ੈਫ ਹੈ, ਕਿਸੇ ਦੀ ਅਕਾਊਂਟੈਂਟ ਹੈ, ਕਿਸੇ ਦੀ IT ਦੀ ਵੀ ਆਕੂਪੇਸ਼ਨ ਹੈ, ਕੋਈ ਰਜਿਸਟਰਡ ਨਰਸ ਹੈ, ਸੋ ਡਿਪੈਂਡਿੰਗ ਔਨ ਦੇਅਰ ਆਕੂਪੇਸ਼ਨ, ਉਹਦੇ ਵਿੱਚ ਉਹ 1 ਸਾਲ ਤੋਂ ਕੰਮ ਕਰਦੇ ਹੋਣੇ ਚਾਹੀਦੇ ਨੇ ਜਾਂ ਕਲੋਜ਼ਲੀ ਰਿਲੇਟਡ ਆਕੂਪੇਸ਼ਨ 'ਚ ਕੰਮ ਕਰਦੇ ਹੋਣੇ ਚਾਹੀਦੇ ਨੇ। ਠੀਕ ਹੈ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਰਹਿੰਦੇ ਹੋਣੇ ਚਾਹੀਦੇ ਤੇ ਕੰਮ ਕਰਦੇ ਹੋਣੇ ਚਾਹੀਦੇ, ਜਿਸ ਤਰ੍ਹਾਂ ਹੁਣ ਕਲਾਇੰਟ ਆਪਣੇ ਪ੍ਰਪੇਅਰ ਕਰਨਾ ਚਾਹਣ ਤਾਂ ਤੁਹਾਡੀ ਕੀ ਰეკਮੈਂਡੇਸ਼ਨ ਹੈ ਕਿ ਉਹ ਆਪਣੀ ਸਕਿੱਲ ਅਸੈਸਮੈਂਟ ਕਰਵਾ ਕੇ ਰੱਖਣ ਜਾਂ ਵੇਟ ਕਰਨ ਜਦੋਂ ਵੀ ਨੋਮੀਨੇਸ਼ਨ ਖੁੱਲ੍ਹਦੀ ਹੈ? ਨਹੀਂ, ਆਈ ਥਿੰਕ ਇਹ ਤਾਂ ਬੇਸਿਕਲੀ ਆਪਣੀ ਪ੍ਰੈਪਰੇਸ਼ਨ ਤਾਂ ਤੁਹਾਨੂੰ ਜਦੋਂ ਤੁਹਾਡੀ ਐਜੂਕੇਸ਼ਨ ਖਤਮ ਹੋ ਜਾਂਦੀ ਹੈ, ਤੁਸੀਂ ਸਕਿੱਲ ਅਸੈਸਮੈਂਟ ਵਾਲੇ ਪਾਸੇ ਤੁਰ ਪੈਣਾ ਚਾਹੀਦਾ ਤੁਹਾਨੂੰ। ਮੋਸਟਲੀ ਜਦੋਂ ਤੁਸੀਂ TR ਲੌਂਚ ਕਰਦੇ ਆ 485 ਵੀਜ਼ੇ ਤੇ ਹੈਗੇ ਆ ਤੇ ਸਕਿੱਲ ਅਸੈਸਮੈਂਟ ਇਜ਼ ਅ ਮਸਟ। ਤੇ ਤੁਸੀਂ ਆਪਣਾ ਜਿਹੜਾ IELTS ਜਾਂ PT ਦੇ ਐਗਜ਼ਾਮ ਦੇਣੇ ਆ, ਜਿਹੜੇ ਵੀ ਸਕੋਰ ਹੈ ਉਹਦੇ ਵਾਲੇ ਪਾਸੇ ਤੁਰ ਪਓ। ਜੇ ਨਾਟੀ ਆ ਨਾਟੀ ਵਾਲੇ ਪਾਸੇ ਤੁਰ ਪੈਣਾ ਚਾਹੀਦਾ। ਜੇ ਕਿਸੇ ਦਾ ਜੋਬ ਰੈਡੀ ਪ੍ਰੋਗਰਾਮ ਆ ਉਹਨੇ ਸਟਾਰਟ ਕਰ ਦੇਣਾ ਚਾਹੀਦਾ। ਸੋ ਜਦੋਂ ਕ੍ਰਾਈਟੇਰੀਆ ਆਉਂਦਾ, ਦੇ ਆਰ ਨਾਟ ਗੋਇੰਗ ਟੂ ਸੇ ਵੀ ਤੁਸੀਂ ਉਹ ਸਕਿੱਲ ਅਸੈਸਮੈਂਟ ਕਰਾਓ, ਵੇਟ ਨਹੀਂ, ਇਹਦਾ ਮਤਲਬ ਰੈਡੀ ਹੋਣਾ ਚਾਹੀਦਾ, ਐਵਰੀਥਿੰਗ ਸਕਿੱਲ ਅਸੈਸਮੈਂਟ ਰੈਡੀ ਹੋਵੇ, ਤੁਸੀਂ ਪੂਰੇ ਰੈਡੀ ਹੋਣੇ ਚਾਹੀਦੇ। ਤੇ ਇੱਕ ਹੋਰ ਕੁਐਸਚਨ ਇਹਦੇ ਵਿੱਚ ਨਿਕਲਿਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ RDA ਰੀਜਨਲ ਡਿਵੈਲਪਮੈਂਟ ਆਸਟ੍ਰੇਲੀਆ, ਉਹਦੇ 'ਚ ਹੁਣ ਜਿੱਦਾਂ ਡੱਬੋ ਏਰੀਆ ਆਉਂਦਾ, ਕੋਈ ਹੋਰ ਜਿੱਦਾਂ ਕੋਈ ਨਿਊ ਕਾਸਲ ਵੱਲ ਰਹਿੰਦਾ ਜੀ, ਤੇ ਉਹਨਾਂ ਦੀਆਂ RDAs ਡਿਫਰੈਂਟ ਹੋਣਗੀਆਂ ਜੀ। ਤਾਂ ਤੁਸੀਂ ਕੀ ਕਹਿੰਦੇ ਆ ਕਿ ਉਹ ਸੇਮ RDA ਏਰੀਆ 'ਚ ਰਹਿੰਦਾ ਹੋਣਾ ਚਾਹੀਦਾ ਜੇ ਉਹਨੇ ਉਸ ਕਹੋ ਵੀ ਇਸ ਕੈਟਾਗਰੀ 'ਚ ਅਪਲਾਈ ਕਰਨਾ ਜਿਵੇਂ ਕਹੋ ਵੀ ਉਹਨੇ ਡੱਬੋ ਅਪਲਾਈ ਕਰਨਾ, ਤੇ ਕੀ ਉਹ ਨਿਊ ਕਾਸਲ 'ਚ ਰਹਿਣ ਵਾਲਾ ਡੱਬੋ 'ਚ ਅਪਲਾਈ ਕਰ ਸਕਦਾ? ਜੀ ਬਿਲਕੁਲ ਕਰ ਸਕਦਾ। ਜਿਹੜਾ ਉਹਨਾਂ ਨੇ ਰਿਹਾਇਸ਼ ਦਾ ਜਾਂ ਲਿਵਿੰਗ ਤੇ ਵਰਕਿੰਗ ਦਾ ਕ੍ਰਾਈਟੇਰੀਆ ਹੈ, ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਨਿਊ ਸਾਊਥ ਵੇਲ ਦੇ ਰੀਜਨਲ ਏਰੀਆ 'ਚ ਰਹਿੰਦੇ ਹੋਣੇ ਚਾਹੀਦੇ ਆ, ਉਹਦੇ 'ਚ ਕੰਮ ਕਰਦੇ ਹੋਣੇ ਚਾਹੀਦੇ ਆ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸ ਪਰਟੀਕੂਲਰ RDA ਦੇ ਏਰੀਆ 'ਚ ਰਹਿੰਦੇ ਹੋ। ਸੋ ਜਿੰਨਾ ਚਿਰ ਤੁਸੀਂ ਨਿਊ ਸਾਊਥ ਵੇਲ ਦੇ ਏਰੀਆ 'ਚ 12 ਮਹੀਨੇ ਕੰਮ ਕੀਤਾ, 12 ਮਹੀਨੇ ਰਹੇ ਆ, ਤਾਂ ਤੁਸੀਂ ਕਿਸੇ ਵੀ RDA ਦੀ ਆਕੂਪੇਸ਼ਨ ਲਿਸਟ ਨੂੰ ਚੈੱਕ ਕਰਕੇ, ਜੇ ਤੁਸੀਂ ਲੱਗਦਾ ਵੀ ਫਲਾਨੀ RDA ਦੇ ਵਿੱਚ ਮੇਰੀ ਆਕੂਪੇਸ਼ਨ ਖੁੱਲ੍ਹੀ ਹੋਈ ਹੈ, ਤੁਸੀਂ ਉੱਥੇ ਨੋਮੀਨੇਸ਼ਨ ਦਾ ਅਪਲਾਈ ਕਰ ਸਕਦੇ ਹੋ। ਸੋ ਤੁਹਾਡਾ
ਕੁਐਸਚਨ ਦਾ ਆਨਸਰ ਕਿ ਉਸ ਆਰਡੀਏ ਦੇ ਏਰੀਆ 'ਚ ਰਹਿਣਾ ਜ਼ਰੂਰੀ ਨਹੀਂ ਹੈ, ਨਿਊ ਸਾਊਥ ਵੇਲ ਦੇ ਜਿਹੜਾ ਡੈਜ਼ਿਗਨੇਟਡ ਰੀਜਨਲ ਏਰੀਆ ਉਹਦੇ 'ਚ ਰਹਿਣਾ ਜ਼ਰੂਰੀ ਹੈ। ਓਕੇ, ਇੱਕ ਹੋਰ ਕੁਐਸਚਨ ਸਾਨੂੰ ਕਈ ਵਾਰ ਕਲਾਇੰਟ ਜਿਹੜੇ ਪੁੱਛਦੇ ਆ ਜੀ, ਉਹ ਹੈ ਕਿ ਕਲੋਜ਼ਲੀ ਰਿਲੇਟਡ ਆਕੂਪੇਸ਼ਨ ਤੁਸੀਂ ਕਿਹਨਾਂ ਨੂੰ ਕਹਿੰਦੇ ਹੋ? ਹਾਂ, ਇਹ ਕਈ ਵਾਰੀ ਕਾਫੀ ਭੁਲੇਖਾ ਪੈਂਦਾ ਕਿ ਕਹਿੰਦੇ ਮੈਂ ਅਕਾਊਂਟੈਂਟ ਦੀ ਮੇਰੀ ਆਕੂਪੇਸ਼ਨ ਹੈ, ਪਰ ਮੈਂ ਅਸਿਸਟੈਂਟ ਅਕਾਊਂਟੈਂਟ ਹਾਂ। ਲੌਜੀਕਲੀ ਜੀ ਸਿੱਧਾ ਅਕਾਊਂਟੈਂਟ ਤਾਂ ਕੋਈ ਲਾਉਂਦਾ ਨਹੀਂ, ਬਟ ਐਜ਼ ਪਰ ਦਾ ਲਾਅ ਡਿਪਾਰਟਮੈਂਟ ਕਹਿੰਦਾ ਕਿ ਜੇ ਤੁਸੀਂ ਡਿਗਰੀ ਕਰ ਲਈ ਹੈ, ਸਕਿੱਲ ਅਸੈਸਿੰਗ ਬੋਡੀ ਵੀ ਕਹਿੰਦੀ ਹੈ ਕਿ ਤੁਸੀਂ ਅਕਾਊਂਟੈਂਟ ਹੈ, ਯੂ ਸ਼ੁੱਡ ਬੀ ਵਰਕਿੰਗ ਐਜ਼ ਅਕਾਊਂਟੈਂਟ, ਵਿਚ ਇਜ਼ ਇਹਦੇ ਬਾਰੇ ਦੋ ਰਾਏ ਹੋ ਸਕਦੀਆਂ ਨੇ। ਕਈ ਕਹਿੰਦੇ ਨੇ ਅਸਿਸਟੈਂਟ ਅਕਾਊਂਟੈਂਟ ਕੁਡ ਇਟ ਬੀ ਕਲੋਜ਼ਲੀ ਰਿਲੇਟਡ, ਠੀਕ ਹੈ। ਇਹਦੀ ਜਿਹੜੀ ਸਿੰਪਲ ਐਜ਼ ਪਰ ਦਾ ਲਾਅ ਡੈਫੀਨੇਸ਼ਨ ਆ ਉਹ ਹੈਗੀ ਹੈ ਕਿ ਜਿਹੜਾ ਇੰਜਸਕੋ ਕੋਡ ਦੇ ਫਸਟ 4 ਡਿਜਿਟ ਹੈ ਉਹ ਸੇਮ ਹੋਣੇ ਚਾਹੀਦੇ ਨੇ। ਬਾਕੀ ਦੇ ਡਿਜਿਟ ਜਿਹੜੇ ਕੁਡ ਬੀ ਡਿਫਰੈਂਟ, ਫਸਟ 4 ਡਿਜਿਟ ਇੰਜਸਕੋ ਕੋਡ ਦੇ ਸੇਮ ਹੋਣ, ਉਸ ਆਕੂਪੇਸ਼ਨ ਨੂੰ ਅਸੀਂ ਕਹਾਂਗੇ ਇਟ ਇਜ਼ ਕਲੋਜ਼ਲੀ ਰਿਲੇਟਡ, ਕਿਉਂਕਿ ਇਟਸ ਬਿਲੋਂਗ ਟੂ ਦ ਸੇਮ ਗਰੁੱਪ। ਠੀਕ ਹੈ। ਦੂਸਰੀ ਕੈਟਾਗਰੀ ਜਿਹਦੇ ਵਿੱਚ ਹੈ ਕਿ ਰੀਸੈਂਟਲੀ ਜਿਹੜਾ ਇੱਥੇ ਸਟੱਡੀ ਕਰਦਾ ਹੈ ਨਿਊ ਸਾਊਥ ਵੇਲਜ਼ ਦੇ ਰੀਜਨਲ ਏਰੀਆ 'ਚ, ਤੁਸੀਂ ਉਹਦੇ ਬਾਰੇ ਦੱਸਣਾ ਚਾਹੋਗੇ? ਹਾਂ, ਇਹ ਜਿਹੜਾ ਦੂਜਾ ਕ੍ਰਾਈਟੇਰੀਆ ਹੈ, ਪਹਿਲਾ ਕ੍ਰਾਈਟੇਰੀਆ ਤਾਂ ਆਪਣਾ ਖਤਮ ਹੋ ਗਿਆ ਵੀ ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਨਿਊ ਸਾਊਥ ਵੇਲ, ਤੇ 12 ਮਹੀਨੇ ਤੋਂ ਕਰਦੇ ਹੋਣੇ ਚਾਹੀਦੇ ਆ, ਤੇ ਤੁਹਾਡਾ ਆਪਣੀ ਨੋਮੀਨੇਟਡ ਆਕੂਪੇਸ਼ਨ ਜਾਂ ਕਲੋਜ਼ਲੀ ਰਿਲੇਟਡ ਆਕੂਪੇਸ਼ਨ ਤੁਸੀਂ ਕੰਮ ਕਰਦੇ ਹੋਣੇ ਚਾਹੀਦੇ। ਠੀਕ ਹੈ। ਦੂਜਾ ਹੈਗਾ ਵੀ ਤੁਸੀਂ ਸਟੱਡੀ ਕੀਤੀ ਹੋਵੇ ਰੀਜਨਲ ਨਿਊ ਸਾਊਥ ਵੇਲ 'ਚ। ਫਿਰ ਉਸੇ ਗੱਲ ਤੇ ਮੈਂ ਕਹਿ ਰਿਹਾ ਵੀ ਤੁਸੀਂ ਜਿਹੜੀ ਸਟੱਡੀ ਆ ਇਹ ਤੁਹਾਡਾ ਕਿਸੇ ਪਰਟੀਕੂਲਰ ਆਰਡੀਏ 'ਚ ਤੁਸੀਂ, ਕਿਉਂਕਿ ਕਿਸੇ ਆਰਡੀਏ ਤੁਸੀਂ ਕਹਿੰਦੇ ਫਲਾਨੀ ਜਿਹੜੀ ਡੱਬੋ ਦੀ ਤੁਸੀਂ ਕਹਿੰਦੇ ਜਾਂ ਉਸ ਰੀਜਨਲ ਬੋਡੀ ਜਿਹੜੀ ਹੈ ਉਹਦੇ ਏਰੀਆ ਜਿਹੜਾ ਉਹਦੇ 'ਚ ਸਟੱਡੀ ਨਹੀਂ, ਸਟੱਡੀ ਤੁਹਾਡੀ ਜਿਹੜੀ ਨਿਊ ਸਾਊਥ ਵੇਲ ਦੇ ਕਿਸੇ ਵੀ ਰੀਜਨਲ ਏਰੀਆ 'ਚ ਕੀਤੀ ਹੋਣੀ ਚਾਹੀਦੀ ਹੈ। ਪਰ ਇਹ ਸਟੱਡੀ 2 ਸਾਲ ਦੀ ਨਹੀਂ ਕਿਹਾ, 2 ਸਾਲ ਜਿਹੜੀ ਆਪਣੀ ਹੈ ਨਾ 2 ਈਅਰ ਐਕਸਪੀਰੀਅੰਸ ਸਟੱਡੀ ਰਿਕੁਆਇਰਮੈਂਟਸ ਆ ਮੋਸਟ ਆਫ ਦਾ ਸਟੂਡੈਂਟਸ ਨੂੰ ਪਤਾ ਹੈ ਹੁਣ, ਕਿਉਂਕਿ 485 ਵੀਜ਼ੇ ਵਾਸਤੇ ਜਦੋਂ ਅਸੀਂ ਕਹਿੰਦੇ ਆ ਤਾਂ 2 ਈਅਰ ਸਟੱਡੀ ਦਾ ਕ੍ਰਾਈਟੇਰੀਆ ਹੁੰਦਾ ਦੋਨਾਂ 'ਚੋਂ ਇੱਕ ਸਟਰੀਮ 'ਚ। ਸੋ ਜਿਹੜਾ 2 ਈਅਰ ਸਟੱਡੀ ਦੇ ਆਪਾਂ ਨੂੰ 5 ਪੁਆਇੰਟਸ ਵੀ ਮਿਲਦੇ ਨੇ, ਤੇ ਕਾਫੀ ਜਿਹੜਾ ਸਾਡੇ ਕਲਾਇੰਟਲ ਹੈ ਉਹ ਇਸ ਗੱਲ ਨਾਲ ਕਾਫੀ ਅਵੇਅਰ ਹੈ। ਸੋ ਉਹ ਕਹਿੰਦੇ ਨੇ ਵੀ ਜਿਹੜੀ 2 ਸਾਲ ਦੀ ਸਟੱਡੀ ਆ ਤੁਸੀਂ ਕਿਤੇ ਪਹਿਲਾਂ ਕਰਦੇ ਸੀ ਉਹ ਤੁਸੀਂ ਨਿਊ ਸਾਊਥ ਵੇਲ ਦਾ ਰੀਜਨਲ ਵਿੱਚ ਕੀਤੀ ਹੋਣੀ ਚਾਹੀਦੀ, ਤੇ ਕੀਤੀ ਵੀ ਆਪਣੀ ਨੋਮੀਨੇਟਡ ਆਕੂਪੇਸ਼ਨ 'ਚ ਹੋਣੀ ਚਾਹੀਦੀ ਹੈ। ਸੋ ਜੇ ਤੁਸੀਂ ਕਹਿੰਦੇ ਵੀ ਮੈਂ ਨੋਮੀਨੇਟਡ ਆਕੂਪੇਸ਼ਨ ਮੇਰੀ ਸ਼ੈਫ ਹੈਗਾ, ਸੋ ਤੁਸੀਂ ਉਸੇ ਫੀਲਡ 'ਚ 2 ਸਾਲ ਸਟੱਡੀ ਕੀਤੀ ਹੋਣੀ ਚਾਹੀਦੀ ਹੈ। ਜੇ ਕੋਈ ਕਹਿੰਦਾ ਮੈਂ ਅਕਾਊਂਟੈਂਟ ਨੋਮੀਨੇਟਡ ਆਕੂਪੇਸ਼ਨ ਮੇਰੀ ਹੈਗੀ ਆ, ਉਸੇ ਫੀਲਡ 'ਚ ਕੀਤੀ ਹੋਣੀ ਚਾਹੀਦੀ ਹੈ। ਸੋ ਜੋ ਆਪਾਂ ਕਹਿ ਲਓ ਕਿ ਪਹਿਲਾਂ ਸਿਡਨੀ 'ਚ ਪੜ੍ਹਦੇ ਸੀਗੇ ਉਹ ਆਪਾਂ ਰੀਜਨਲ ਨਿਊ ਸਾਊਥ ਵੇਲ 'ਚ ਪੜ੍ਹਨਾ ਹੈ। ਮੋਟੇ ਤੌਰ ਤੇ ਜੇ ਇਹਨਾਂ ਦੀ ਸਾਰੀ ਪਾਲਿਸੀ ਨੂੰ ਦੇਖ ਲਿੱਤਾ ਜਾਵੇ, ਜੋ ਵੀ ਇਹਨਾਂ ਦਾ ਪਿੱਛੋਂ ਚੱਲਦਾ ਆ ਰਿਹਾ ਕਿ ਹੁਣ ਦੇ ਆਰ ਟਰਾਈਂਗ ਟੂ ਪ੍ਰਮੋਟ ਰੀਜਨਲ ਆਸਟ੍ਰੇਲੀਆ, ਸੋ ਉਹਨਾਂ ਦੀ ਕੋਸ਼ਿਸ਼ ਹੈ ਕਿ ਜਿਹੜੇ ਸਿਟੀਜ਼ ਹੈਗੇ ਵੱਡੇ ਸਿਟੀਜ਼ ਦੇ ਆਰ ਆਲਰੇਡੀ ਕਾਫੀ ਇਹਨਾਂ ਨੂੰ ਲੱਗਦਾ ਵੀ ਪਾਪੂਲੇਸ਼ਨ ਹੋ ਚੁੱਕੀ ਹੈ। ਸਿਡਨੀ ਤੇ ਨਿਊਜ਼ ਆਪਣੇ ਮੈਲਬਰਨ ਨੂੰ ਇਹ ਕਾਫੀ ਡਿਸਕਸ ਕਰ ਰਹੇ ਨੇ। ਸੋ 189 ਜਿਹੜੀ ਸਬ ਕਲਾਸ ਆ ਜਿਹਦਾ ਕਿ ਪੁਆਇੰਟ ਸਿਸਟਮ ਹਮੇਸ਼ਾ ਪਬਲਿਸ਼ ਕੀਤਾ ਜਾਂਦਾ ਹੈ, ਉਹਦੇ 'ਚ 100 ਪੁਆਇੰਟਸ ਦਾ ਉਹਨਾਂ ਨੇ ਕਹਿੰਦੇ ਜੀ ਇਨਵੀਟੇਸ਼ਨ ਆਇਆ। ਉਹਦੇ ਵਿੱਚ ਵਾਟ ਦੇ ਟ੍ਰਾਈਂਗ ਟੂ ਡੂ ਵੀ 189 ਵਾਲਾ ਕਿਤੇ ਵੀ ਰਹਿ ਸਕਦਾ, ਹੀ ਕੈਨ ਸਟੇ ਇਨ ਸਿਡਨੀ, ਹੀ ਕੈਨ ਸਟੇ ਇਨ ਮੈਲਬਰਨ, ਕਿਤੇ ਵੀ ਆਸਟ੍ਰੇਲੀਆ 'ਚ ਰਹਿ ਸਕਦਾ। ਸੋ ਦੇ ਆਰ ਟ੍ਰਾਈਂਗ ਟੂ ਵੀ ਉੱਧਰਲੇ ਪਾਸੇ ਟੈਪ ਕੱਸ ਦਿਓ ਤਾਂ ਕਿ ਲੋਕੀ ਉੱਧਰਲੇ ਪਾਸੇ ਜ਼ਿਆਦਾ ਨਾ ਜਾਣ। 190 ਤੇ 491, ਹੁਣ 491 ਨੂੰ ਹੋਰ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਹੈ, ਕਿਉਂਕਿ ਜੇ 5 ਸਾਲ ਤੁਸੀਂ ਕਿਸੇ ਏਰੀਏ 'ਚ 3 ਸਾਲ ਰਹਿ ਕੇ ਫਿਰ ਸਟੱਡੀ ਆਪਣੇ PR ਲਾਂਚ ਕਰਦੇ ਹੋ, 3-4-5 ਸਾਲਾਂ 'ਚ ਤੁਸੀਂ ਕਾਫੀ ਹੱਦ ਤੱਕ ਉਸ ਏਰੀਏ 'ਚ ਰਹਿਣਾ ਸ਼ੁਰੂ ਕਰ ਦਿੰਦੇ ਹੋ ਜੀ। ਸੋ ਇਹਨਾਂ ਦਾ ਜਿਹੜਾ ਹੁਣ ਪੂਰਾ ਪਾਲਿਸੀ ਹੈ ਉਹ ਹੈਗੀ ਹੈ ਕਿ ਦੇ ਆਰ ਟ੍ਰਾਈਂਗ ਟੂ ਪੁਸ਼ ਆਲ ਦ ਇੰਟਰਨੈਸ਼ਨਲ ਸਟੂਡੈਂਟਸ ਜਾਂ ਪੋਟੈਂਸ਼ੀਅਲ ਮਾਈਗ੍ਰੈਂਟਸ ਟੂ ਦ ਰੀਜਨਲ ਆਸਟ੍ਰੇਲੀਆ। ਓਕੇ, ਇਹਦੇ ਵਿੱਚ ਇਸੇ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਜੀ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਜਿੱਦਾਂ RDA ਡੱਬੋ ਆ, RDA ਨਿਊਕਾਸਲ ਆ, ਤੇ ਜੇ ਕਿਸੇ ਨੇ ਨਿਊਕਾਸਲ ਅਪਲਾਈ ਕਰਨਾ ਕਿ ਉਹਨੂੰ ਨਿਊਕਾਸਲ 'ਚ ਪੜ੍ਹਨਾ ਪਏਗਾ ਜਾਂ ਉਹ ਕਿਤੇ ਵੀ ਰੀਜਨਲ ਏਰੀਆ ਪੜ੍ਹ ਸਕਦਾ? ਕਿਸੇ ਵੀ ਨਿਊ ਸਾਊਥ ਵੇਲ ਦੇ ਜਿਹੜਾ ਰੀਜਨਲ ਡੈਜ਼ਿਗਨੇਟਡ ਏਰੀਆਜ਼ ਨੇ ਉਹਦੇ ਵਿੱਚ ਕਿਤੇ ਵੀ ਉਹ 2 ਸਾਲ ਦੀ ਸਟੱਡੀ ਪੂਰੀ ਕਰ ਸਕਦਾ। ਉਹਨੂੰ ਉਸ ਪਰਟੀਕੂਲਰ RDA ਰੀਜਨਲ ਬੋਡੀ ਜਿਹੜੀ ਹੈ ਉਹਦੇ ਏਰੀਆ 'ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਉਹਨੇ ਜੋ ਪੜ੍ਹ ਲਿਆ 2 ਸਾਲ ਹੀ ਕੈਨ ਚੈੱਕ ਆਊਟ ਕਿ ਕਿਹੜੀ ਬੋਡੀ 'ਚ ਚੈੱਕ ਉਹਨਾਂ ਦੀਆਂ ਆਕੂਪੇਸ਼ਨ ਲਿਸਟ ਨੇ ਕਿ ਮੇਰੀ ਆਕੂਪੇਸ਼ਨ ਕਿੱਥੇ ਇਨ ਡਿਮਾਂਡ ਹੈਗੀ, ਉੱਥੇ ਉਹ ਅਪਲਾਈ ਕਰੇਗਾ। ਠੀਕ ਹੈ। ਤੇ ਤੀਸਰੀ ਜਿਹੜੀ ਕੈਟਾਗਰੀ ਹੈ ਕਿ ਲਿਵਿੰਗ ਐਂਡ ਵਰਕਿੰਗ ਆਊਟਸਾਈਡ ਆਫ ਰੀਜਨਲ ਨਿਊ ਸਾਊਥ ਵੇਲਜ਼। ਹਾਂ, ਇਹਦੇ ਵਿੱਚ ਵੀ ਜੇ ਕੋਈ ਬੰਦਾ ਹੁਣ ਨਿਊ ਸਾਊਥ ਵੇਲ ਰੀਜਨਲ 'ਚ ਨਹੀਂ ਹੈ, ਵੈਦਰ ਹੀ ਇਜ਼ ਇਨ ਸਿਡਨੀ, ਵੈਦਰ ਮੈਲਬਰਨ, ਕਿਸੇ ਵੀ ਹੋਰ ਸਟੇਟ 'ਚ ਹੈਗਾ, ਤੇ ਉਹ ਕਹਿੰਦੇ ਵੀ ਤੁਸੀਂ ਆਪਣੇ ਫੀਲਡ 'ਚ ਜੌਬ ਆਫਰ ਲੈ ਲਓ। ਠੀਕ ਹੈ, ਜਿਸ ਤਰ੍ਹਾਂ ਪਹਿਲਾਂ ਵਿਕਟੋਰੀਆ ਵਾਲੇ। ਹਾਂ, ਸੋ ਤੁਸੀਂ ਆਪਣੇ ਜੌਬ ਆਫਰ ਫੁੱਲ ਟਾਈਮ ਜੌਬ ਦੀ ਲੈ ਲਓ, ਤੇ that could be located in regional New South Wales.
ਠੀਕ ਹੈ ਜਿਹੜੀ ਜੌਬ ਆਫਰ ਉਹ ਵੀ ਇਟ ਕੁਡ ਬੀ ਲੋਕੇਟਡ ਇਨ ਐਨੀ ਏਰੀਆ ਨਿਊ ਸਾਊਥ ਵੇਲਜ਼ ਕਿਤੇ ਵੀ ਹੋਵੇ ਸੋ ਉਹ ਕਹਿੰਦੇ ਜੌਬ ਆਫਰ ਲੈ ਲਓ ਤੇ ਜਿਹੜਾ ਇੰਪਲੋਇਰ ਆ ਹੀ ਸ਼ੁੱਡ ਬੀ ਰਜਿਸਟਰਡ ਇਨ ਆਸਟ੍ਰੇਲੀਆ ਐਜ਼ ਯੂਜੂਅਲ ਤੇ ਇਹਦੇ ਵਿੱਚ ਉਹਨਾਂ ਨੇ ਇਹ ਨਹੀਂ ਹਲੇ ਪਿਨ ਪੁਆਇੰਟ ਕੀਤਾ ਕਿ ਜਿਹੜਾ ਇੰਪਲੋਇਰ ਆ ਉਹ ਨਵਾਂ ਹੋ ਸਕਦਾ ਹੈ ਜਾਂ ਉਹ 12 ਮਹੀਨੇ ਐਸਟੈਬਲਿਸ਼ਡ ਇੰਪਲੋਇਰ ਚਾਹੀਦਾ ਇਸ ਪਾਸੇ ਉਹ ਹਲੇ ਨਹੀਂ ਗਏ ਸੋ ਜੇ ਅੱਜ ਦੇ ਕ੍ਰਾਈਟੇਰੀਆ ਨੂੰ ਦੇਖੀਏ ਤਾਂ ਇੰਪਲੋਇਰ ਕੁਡ ਬੀ ਨਿਊ ਆਫ ਕੋਰਸ ਲੀਗਲੀ ਐਸਟੈਬਲਿਸ਼ਡ ਆਪਰੇਟਿੰਗ ਹੋਣਾ ਚਾਹੀਦਾ ਜਿਵੇਂ ਸ਼ੈਲਫ ਕੰਪਨੀ ਨਹੀਂ ਹੋਣੀ ਚਾਹੀਦੀ ਕਿ ਕੰਪਨੀ ਬਣਾਈ ਤੇ ਬੰਦਾ so they would be looking very closely to those or job offers established company ਹੋਵੇ ਹਾਂ ਆਪਰੇਟਿੰਗ ਹੋਵੇ ਤੇ ਨਵੀਂ ਕੰਪਨੀ ਹੋ ਸਕਦੀ ਹੈ ਇਹਦੇ ਹਿਸਾਬ ਨਾਲ of course they can change and they may change but ਹਾਲੇ ਤੱਕ ਇਹਦਾ ਕ੍ਰਾਈਟੇਰੀਆ ਜਿਹੜਾ ਵੀ ਨਵਾਂ EMPLOYER ਸਪਾਂਸਰ ਕਰ ਸਕਦਾ ਹੈ that's what it says ਇਹ ਜਿਹੜਾ ਹੈਗਾ ਇਹ ਫੁੱਲ ਟਾਈਮ ਜੌਬ ਆਫਰ ਚਾਹੀਦੀ ਆ ਫੁੱਲ ਟਾਈਮ 35 ਆਵਰ ਪਰ ਵੀਕ ਨੂੰ ਇਹ ਕਹਿ ਰਹੇ ਨੇ 12 ਮੰਥ ਵਾਸਤੇ 12 ਮੰਥ ਵਾਸਤੇ ਠੀਕ ਹੈ ਤੇ ਨੋਮੀਨੇਟਡ ਆਕੂਪੇਸ਼ਨ ਚ ਹੋਣੀ ਚਾਹੀਦੀ ਜੌਬ ਆਫਰ ਤਾਂ ਇਹਦੇ ਵਿੱਚ ਇਹ ਵੀ ਸਾਨੂੰ ਕੰਸੀਡਰ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਬਿਜ਼ਨਸ ਹੈ ਉਹ ਰੈਲੀਵੈਂਟ ਬੰਦਾ ਹੀ ਸਪਾਂਸਰ ਕਰ ਸਕਦਾ ਜਿਸ ਤਰ੍ਹਾਂ ਰੈਸਟੋਰੈਂਟ ਕਈ ਕਹਿੰਦੇ ਨੇ ਲੋਕ ਕਿ ਅਕਾਊਂਟੈਂਟ ਦਾ ਦਿੰਦੇ ਪਏ ਆਫਰ ਲੈਟਰ ਦਿੰਦੇ ਪਏ ਹਾਂ ਇਹਨਾਂ ਚੀਜ਼ਾਂ ਦਾ ਇਹਨੂੰ ਕਾਮਨ ਸੈਂਸ ਦੇ ਹਿਸਾਬ ਨਾਲ ਲਿਆ ਕਰਿਆ ਕਈ ਵੀ ਤੁਹਾਡਾ ਕੁਐਸਚਨ ਬੜਾ ਰੈਲੀਵੈਂਟ ਹੈ ਕਈ ਵੀ ਕਹਿੰਦੇ ਨੇ ਵੀ ਜੀ ਮੇਰੇ ਕੋਲ ਰੈਸਟੋਰੈਂਟ ਵਾਲਾ ਬੰਦਾ ਹੈ ਉਹ ਕਹਿੰਦਾ ਮੈਂ ਤੁਹਾਨੂੰ ਅਕਾਊਂਟੈਂਟ ਦੇ ਤੌਰ ਤੇ ਸਪਾਂਸਰ ਕਰ ਸਕਦਾ ਸੋ ਤੁਸੀਂ ਆਪ ਦੇਖ ਲਓ ਵੀ ਇੱਕ ਰੈਸਟੋਰੈਂਟ ਵਾਲੇ ਨੂੰ ਅਕਾਊਂਟੈਂਟ ਚਾਹੀਦਾ ਹੈਗਾ ਬਟ ਉਹਨੂੰ ਫੁੱਲ ਟਾਈਮ ਸਭ 65,000 70,000 ਤੇ ਅਕਾਊਂਟੈਂਟ ਨਹੀਂ ਚਾਹੀਦਾ ਜਾਂ ਇਹਦੇ ਕੋਲ 2 ਪੈਟਰੋਲ ਪੰਪ ਆ ਆਈ ਡੋਂਟ ਥਿੰਕ ਐਜ਼ ਅ ਬਿਜ਼ਨਸਮੈਨ ਕਿ ਉਹਨੂੰ ਵੀ 65,000 ਤੇ ਅਕਾਊਂਟੈਂਟ ਚਾਹੀਦਾ ਤਾਂ ਤੁਸੀਂ ਇਹਦੀ ਵਾਇਬਿਲਿਟੀ ਦੇਖਣੀ ਹੈ ਕਿ ਅਕਾਊਂਟੈਂਟ ਕਿਹਨੂੰ ਚਾਹੀਦਾ ਕੀ ਉਹ ਕੰਪਨੀ ਦਾ ਜਾਂ ਤਾਂ ਇੰਨਾ ਟਰਨਓਵਰ ਹੈ ਏਡੀ ਵੱਡੀ ਫਰਮ ਹੈ ਵੀ ਉਹਨਾਂ ਨੂੰ ਅਕਾਊਂਟੈਂਟ ਫੁੱਲ ਟਾਈਮ ਦੀ ਜ਼ਰੂਰਤ ਹੈ ਹੁਣ ਜਿਹੜਾ ਸ਼ੈਫ ਕਾਂਟ ਬੀ ਪਲੇਸਡ ਇਨ ਪੈਟਰੋਲ ਪੰਪ ਹੈ ਨਾ ਸੋ ਜਿਹੜੀ ਉਹਦਾ ਸਾਈਜ਼ ਐਂਡ ਸਕੋਪ ਐਂਡ ਸਕੇਲ ਹੈ ਉਹਦਾ ਬਿਜ਼ਨਸ ਦਾ ਜਾਂ ਉਹਦੀ ਦਾ ਵੇ ਬਿਜ਼ਨਸ ਦੀ ਕੀ ਕੰਮ ਕੀ ਕਰਦੇ ਨੇ ਸਰਵਿਸਿਜ਼ ਕੀ ਪ੍ਰੋਵਾਈਡ ਕਰਦੇ ਨੇ ਉਹ 'ਤੇ ਡਿਪੈਂਡ ਕਰਦਾ ਕਿ ਉਹ ਕਿਹੜੀਆਂ ਚੀਜ਼ਾਂ ਨੂੰ ਜੌਬ ਆਫਰ ਦਿੱਤੀ ਜਾ ਸਕਦੀ ਹੈ ਠੀਕ ਹੈ ਓਕੇ ਅਗਲੀ ਕੈਟੇਗਰੀ ਜਿਸ ਤਰ੍ਹਾਂ ਹੈ ਕਿ ਆਫਸ਼ੋਰ ਐਪਲੀਕੈਂਟ ਵਾਸਤੇ ਕੀ ਕੀਤਾ ਗਿਆ ਉਹਨਾਂ ਦਾ ਤੁਸੀਂ ਮੋਟੇ ਤੌਰ ਤੇ ਹਲੇ ਤਾਂ ਚਲੋ ਆਫਸ਼ੋਰ ਦਾ ਪਤਾ ਨਹੀਂ ਕਦੋਂ ਸਟਾਰਟ ਹੋਏਗਾ ਪਰ ਉਹਨਾਂ ਨੇ ਕਿਹਾ 5 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਚਾਹੀਦਾ ਆਪਣੀ ਆਕੂਪੇਸ਼ਨ 'ਚ ਐਂਡ ਸਕਿੱਲ ਅਸੈਸਮੈਂਟ ਚਾਹੀਦੀ ਬਾਕੀ ਸਾਰਾ ਕੁਝ ਚਾਹੀਦਾ ਬਟ ਜਿਹੜਾ ਮੇਨ ਉਹਨਾਂ ਦਾ ਡਿਫਰੈਂਸ਼ੀਏਟਿੰਗ ਪੁਆਇੰਟ ਉਹ ਹੈਗਾ ਵੀ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਚਾਹੀਦਾ ਨੋਮੀਨੇਟ ਆਕੂਪੇਸ਼ਨ 'ਚ ਓਕੇ ਤੇ ਅਸੀਂ ਹੁਣ ਜਿੱਦਾਂ ਸਾਡੇ ਕਲਾਇੰਟ ਮੋਸਟਲੀ ਜਿਸ ਤਰ੍ਹਾਂ ਪੰਜਾਬ ਤੋਂ ਇੰਡੀਆ ਤੋਂ ਤੇ ਉਹਨਾਂ ਦਾ ਇੰਪਲੋਇਮੈਂਟ 'ਚ ਕੀ ਹੁੰਦਾ ਕਿ ਉਹਨਾਂ ਨੂੰ ਕੈਸ਼ ਸੈਲਰੀ ਮਿਲੀ ਹੁੰਦੀ ਆ ਤਾਂ ਉਸ ਕੇਸ 'ਚ ਉਹ ਕੀ ਕਰ ਸਕਦੇ ਹਨ ਕਿ ਸ਼ੋਅ ਕਰਨਾ ਪਵੇ ਕਿ ਨਹੀਂ ਇਹਨਾਂ ਦੀ ਜਿਹੜੀ ਇੰਪਲੋਇਮੈਂਟ ਹੈ ਜੈਨੂਇਨ ਆ ਇਹਨਾਂ ਨੇ ਕੀਤਾ ਹੈ ਕੰਮ ਤਾਂ ਕਿਹੜੇ ਡਾਕੂਮੈਂਟੇਸ਼ਨ ਦਾ ਉਹ ਧਿਆਨ ਰੱਖਣਾ ਸੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਕਲਾਇੰਟਸ ਇੰਡੀਆ ਤੋਂ ਅਪਲਾਈ ਕਰਨਾ ਚਾਹੁੰਦੇ ਦੇਖੋ ਮੈਕਸਿਮਮ ਆਫ ਕੋਰਸ ਡਿਪਾਰਟਮੈਂਟ ਦੀ ਬੜੀ ਕੋਸ਼ਿਸ਼ ਰਹਿੰਦੀ ਵੀ ਸਾਨੂੰ ਬੈਂਕ ਸਟੇਟਮੈਂਟ ਦਿਖਾਈ ਜਾਵੇ ਬੈਂਕ ਸਟੇਟਮੈਂਟ 'ਚ ਪੈਸੇ ਸਾਡੀ ਸੈਲਰੀਜ਼ ਆਈਆਂ ਨੇ ਪੇ ਸਲਿਪਸ ਹੈਗੀਆਂ ਨੇ ਫਿਰ ਟੈਕਸ ਰਿਟਰਨਸ ਹੈਗੇ ਨੇ ਵੀ ਜੇ ਤੁਸੀਂ ਕਹਿੰਦੇ ਵੀ ਮੈਂ 50,000 ਰੁਪਏ ਮਹੀਨਾ ਕਮਾਉਂਦਾ ਸੀ ਹੈਵ ਯੂ ਲੌਜ ਅ ਟੈਕਸ ਰਿਟਰਨ ਉਹਦੇ ਹਿਸਾਬ ਨਾਲ ਤੁਸੀਂ ਸਾਲ ਦੀ ਟੈਕਸ ਰਿਟਰਨ ਇੰਡੀਵਿਜੂਅਲ ਟੈਕਸ ਰਿਟਰਨ ਲੌਜ ਕੀਤੀ ਹੈ ਹੋਰ ਕੀ ਤੁਹਾਡੇ ਕੋਲ ਕਿਤੇ ਉਹਨਾਂ ਜੌਬ ਆਫਰ ਹੈਗੀ ਉੱਥੇ ਜਿਹੜਾ ਲੈਟਰ ਸੀਗਾ ਕੋਈ ਇੰਪਲੋਇਮੈਂਟ ਕੰਟਰੈਕਟ ਹੈਗਾ ਕੋਈ ਸੈਲਰੀ ਇਨਕਰੀਜ਼ ਦੇ ਪ੍ਰਮੋਸ਼ਨ ਦੇ ਲੈਟਰ ਹੁੰਦੇ ਨੇ ਸੋ ਜਿੰਨੇ ਵੀ ਇੱਦਾਂ ਦਾ ਕੋਈ ਲਿਸਟ ਜਾਂ ਇੱਦਾਂ ਦੀ ਮੈਂ ਇੱਕ ਡਾਕੂਮੈਂਟ ਵੁਡਨਟ ਬੀ ਸੇਮ ਵੀ ਇੱਕ ਡਾਕੂਮੈਂਟ ਦਿਖਾ ਦਿਓ ਤਾਂ ਤੁਹਾਡਾ ਮੰਨ ਲੈਣਗੇ ਮੈਕਸਿਮਮ ਐਵੀਡੈਂਸ ਤੁਸੀਂ ਦੇਣੇ ਐਸਟੈਬਲਿਸ਼ ਤੁਹਾਡੇ ਤੇ ਆ ਤੁਸੀਂ ਕਰਨਾ ਹੈ ਕਿ ਯੈਸ ਮੈਂ ਜਨਰਲੀ ਕੰਮ ਕੀਤਾ ਉੱਥੇ ਸੋ ਮੈਕਸਿਮਮ ਜਿੰਨੇ ਵੀ ਡਾਕੂਮੈਂਟਸ ਹੋ ਸਕਣ ਹੁਣ ਤਾਂ ਜਿਹੜੀਆਂ ਮੇਨ ਕੰਪਨੀਜ਼ ਨੇ ਉਹ ਜ਼ਿਆਦਾ ਬੈਂਕ ਟ੍ਰਾਂਸਫਰ ਹੀ ਕਰਦੀਆਂ ਨੇ ਸੋ ਦੇ ਵੁੱਡ ਬੀ ਏਬਲ ਟੂ ਐਸਟੈਬਲਿਸ਼ ਇਟ ਓਕੇ ਤੇ ਨੈਕਸਟ ਕੈਟੇਗਰੀ ਜਿਸ ਤਰ੍ਹਾਂ ਹੈਗੀ ਕਿ ਫੈਮਿਲੀ ਟਾਈਜ਼ ਜਿਵੇਂ ਆਪਣੇ ਰਿਲੇਟਿਵਸ ਵਗੈਰਾ ਦੇ ਬੇਸ ਤੇ ਵੀ ਕੋਈ ਇਸ ਤਰ੍ਹਾਂ 491 ਕਰ ਸਕਦਾ 491 ਦਾ ਇੱਕ ਤਾਂ ਸਟੇਟ ਤੁਹਾਨੂੰ ਸਪਾਂਸਰ ਕਰਦੀ ਹੈ ਤੇ ਜਾਂ ਤੁਹਾਡਾ ਰਿਲੇਟਿਵ ਜਿਹੜਾ ਹੈਗਾ ਉਹਨਾਂ ਨੇ ਡਿਫਾਈਨ ਕੀਤਾ ਬਟ ਇੱਥੇ ਇਹਦੇ ਵਿੱਚ ਨਿਊ ਸਾਊਥ ਵੇਲਜ਼ ਨੇ ਸਪੈਸੀਫਿਕਲੀ ਦੱਸਿਆ ਵੀ ਕਿਹੜੇ ਕਿਹੜੇ ਬੰਦੇ ਤੁਹਾਨੂੰ ਸਪਾਂਸਰ ਕਰ ਸਕਦੇ ਨੇ ਇਹਦੇ 'ਚ ਉਹਨਾਂ ਨੇ ਗ੍ਰੈਂਡਫਾਦਰ ਗ੍ਰੈਂਡਮਦਰ ਫਾਦਰ ਮਦਰ ਬ੍ਰਦਰ ਸਿਸਟਰ including by virtue of a step or adoptive relationship ਕਿ step ਬੱਚਾ ਹੋ ਸਕਦਾ ਜਾਂ adopted ਹੋਵੇ ਤਾਂ 18 ਸਾਲ ਤੋਂ ਵੱਧ ਹੋ ਸਕਦਾ ਹੋਣਾ ਚਾਹੀਦਾ ਜਿਹੜਾ ਵੀ ਤੁਹਾਡਾ ਸਪਾਂਸਰ ਹੈਗਾ ਰਿਸ਼ਤੇਦਾਰ ਹੈਗਾ ਤੇ ਉਹ ਪਰਮਾਨੈਂਟ ਰੈਜ਼ੀਡੈਂਟ ਹੋਣਾ ਚਾਹੀਦਾ ਆਸਟ੍ਰੇਲੀਅਨ ਸਿਟੀਜ਼ਨ ਹੋਣਾ ਚਾਹੀਦਾ ਤੇ ਨਾਲ ਇਹਨਾਂ ਨੇ ਇੱਕ ਚੀਜ਼ ਐਡ ਕੀਤੀ ਹੈ ਉਹਨੂੰ ਜੀ ਵੀ ਉਹ ਹੈਗੀ ਆ ਵੀ 489 ਵੀਜ਼ਾ ਹੋਲਡਰ 489 ਜਿਹੜਾ ਹੁਣ ਖਤਮ ਹੋ ਗਿਆ ਪਰ ਕਈ ਬੰਦੇ ਹਲੇ ਵੀ 489 ਵੀਜ਼ਾ ਹੋਲਡਰ ਨੇ ਬਟ ਉਹ ਰੀਜਨਲ ਏਰੀਆ 'ਚ ਰਹਿ ਰਹੇ ਨੇ ਸੋ ਉਹ ਵੀ ਉਹਨਾਂ ਨੇ ਇਨਕਲੂਡ ਕਰ ਲਿਆ ਵੀ ਜੇ ਉਹ ਵੀ ਸਪਾਂਸਰ ਕਰਨ ਬੋਲ ਅਸੀਂ ਵੀ ਮੰਨਾਂਗੇ
ਤੇ ਨਾਲ ਉਹਨਾਂ ਨੇ ਕਿਹਾ ਵੀ ਦੇ ਸ਼ੁੱਡ ਬੀ ਲਿਵਿੰਗ ਇਨ ਡੈਜ਼ਿਗਨੇਟਡ ਏਰੀਆ ਆਫ ਨਿਊ ਸਾਊਥ ਵੇਲਸ ਫॉर द ਲਾਸਟ 24 ਮੰਥਸ। ਸੋ ਦੇ ਆਰ ਨਾਟ ਸੇਇੰਗ ਵੀ ਤੁਸੀਂ ਉਸ ਪਰਟੀਕੂਲਰ ਏਰੀਆ 'ਚ ਰਹਿੰਦੇ ਹੋਣੇ ਚਾਹੀਦੇ ਆ। ਯੂ ਸ਼ੁੱਡ ਬੀ ਲਿਵਿੰਗ ਇਨ ਨਿਊ ਸਾਊਥ ਵੇਲਸ ਰੀਜਨਲ ਏਰੀਆ for the last 24 months। ਸੋ ਉਹਨਾਂ ਨੇ ਟਾਈਪ ਆਫ ਰਿਲੇਸ਼ਨਸ਼ਿਪ ਵੀ ਦੱਸਿਆ ਅਤੇ ਉਹਨਾਂ ਦਾ ਲੀਗਲ ਸਟੇਟਸ ਆਸਟ੍ਰੇਲੀਆ 'ਚ ਕੀ ਹੋਣਾ ਚਾਹੀਦਾ ਹੈ ਉਹ ਵੀ ਦੱਸਿਆ। ਇਹਦੇ ਵਿੱਚ ਪਹਿਲਾਂ ਪਰਮਾਨੈਂਟ ਰੈਜ਼ੀਡੈਂਟ ਆਸਟ੍ਰੇਲੀਅਨ ਸਿਟੀਜ਼ਨ ਤਾਂ ਹਮੇਸ਼ਾ ਹੀ ਉਹ ਕਰਦੇ ਸੀ ਇਨਕਲੂਡ। ਸੋ ਇਸ ਵਾਰੀ ਉਹਨਾਂ ਨੇ 489 ਵਾਲੇ ਨੂੰ ਇਨਕਲੂਡ ਕੀਤਾ ਵਿਚ ਇਜ਼ ਗੁੱਡ। ਕਈਆਂ ਦੇ ਭੈਣ ਭਰਾ ਹੋ ਸਕਦੇ ਵੀ ਪਹਿਲਾਂ ਉੱਥੇ ਰਹਿ ਰਹੇ ਨੇ ਇਸ ਵੀਜ਼ੇ ਹੋਲਡ ਕਰਦੇ ਨੇ। ਕੋਈ 491 ਵਾਲੇ ਵੀ ਕਰ ਸਕਦੇ ਆ ਜੀ? 491 ਹੋਲਡਰ ਹੋਵੇ ਇਹ ਹਲੇ ਉਹਨਾਂ ਨੇ ਕੋਈ ਡਿਫਾਈਨ ਨਹੀਂ ਕੀਤਾ। ਸੋ ਹਲੇ ਤਾਂ 491 ਕਹਿ ਲਓ ਕਿ ਆਈ ਥਿੰਕ ਦੈਟ ਵੁੱਡ ਬੀ ਪੋਟੈਂਸ਼ੀਅਲੀ 2 ਸਾਲ 3 ਸਾਲ ਬਾਅਦ ਦੀ ਗੱਲ ਹੈ। ਹਲੇ ਤਾਂ 491 ਇੱਕ ਵੀ ਵੀਜ਼ਾ ਗ੍ਰਾਂਟ ਨਹੀਂ ਹੋਇਆ, ਮਤਲਬ ਹੋ ਗਿਆ ਹੁਣ ਜਿਉਂ ਥੋੜ੍ਹਾ ਜਿਹਾ, ਬਟ ਹਲੇ ਉਹਨਾਂ ਨੇ ਇਸ ਪਾਸੇ ਤਾਂ ਨਹੀਂ ਹੈ। ਵਾਟਸ ਦੇਅਰ ਐਕਸਪੀਰੀਅੰਸ। ਹਲੇ ਉਹਨਾਂ ਦਾ 489 ਜਿਹੜੇ ਪੁਰਾਣੇ ਬੈਠੇ ਨੇ ਉਹਨਾਂ ਨੂੰ ਇਨਕਲੂਡ ਕੀਤਾ ਹੈ ਤੇ ਹੋਪਫੁਲੀ ਦੇ ਵੁੱਡ ਐਂਡ eventually I think if they are going into 489 then eventually they will go into 491 also। So that's pretty much ਵੀ ਜੇ ਤੁਹਾਡਾ ਫੈਮਿਲੀ ਮੈਂਬਰ ਰਹਿੰਦਾ। ਸੋ ਹੋਲਿਸਟਿਕਲੀ ਸਪੀਕਿੰਗ ਤੁਹਾਡੇ 3 ਕੈਟਾਗਰੀਜ਼ ਆ ਗਈਆਂ। ਇੱਕ ਤਾਂ ਆ ਗਈ ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਨਿਊ ਸਾਊਥ ਵੇਲਸ, ਤੇ ਦੂਜਾ ਆ ਗਈ ਤੁਹਾਡੀ ਸਟੱਡੀ ਇਨ, ਤੀਜਾ ਆਪਣੇ ਦੂਜੇ ਜੌਬ ਆਫਰ ਵਾਲੇ ਜੇ ਬੰਦਾ ਬਾਹਰਲੀ ਕਿਸੇ ਸਟੇਟ 'ਚ ਰਹਿੰਦਾ ਹੈ ਜਾਂ ਨਿਊ ਸਾਊਥ ਵੇਲਸ ਦੇ ਰੀਜਨਲ ਵਿੱਚ ਨਹੀਂ ਰਹਿੰਦਾ, ਸਿਡਨੀ 'ਚ ਰਹਿੰਦਾ। ਸੋ ਦੈਟ ਕੁਡ ਬੀ ਦੇਅਰ। ਫਿਰ ਫੈਮਿਲੀ ਵਾਲਾ ਆ ਗਿਆ ਆਪਣਾ। ਜਿਹੜੇ ਆਫਸ਼ੋਰ ਨੇ ਉਹਨਾਂ ਦਾ 5 ਸਾਲ ਦਾ ਐਕਸਪੀਰੀਅੰਸ ਮੰਗਿਆ। ਸੋ ਮੋਟੇ ਤੌਰ ਤੇ ਇਹ ਜਿਹੜਾ ਕ੍ਰਾਈਟੇਰੀਆ ਇਹਨਾਂ ਨੇ ਡਿਫਾਈਨ ਕਰਤਾ, ਉਹਨਾਂ ਨੇ ਆਪਣੀ ਇੰਟੈਂਟ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਤੀ ਵੀ ਦਿਸ ਇਜ਼ ਵਾਟ ਵੀ ਆਰ ਲੁਕਿੰਗ ਫॉर। ਜਿੱਦਾਂ ਪਿੱਛੇ ਜਿਹਾ ਮਈ 'ਚ ਹੋਇਆ ਸੀ ਨਾ ਕਿ ਉਹਨਾਂ ਕਿਹਾ ਵੀ ਜਿਹੜਾ ਵੀ ਰਹਿੰਦਾ ਉਹ ਆ ਜਾਓ। ਆਈ ਥਿੰਕ ਉਹਦੇ ਤੋਂ ਉਹ ਥੋੜ੍ਹਾ ਜਿਹਾ ਪਾਸੇ ਹੋ ਗਿਆ ਨੇ। ਉਹਨਾਂ ਨੇ ਇੱਕ ਐਸਟੈਬਲਿਸ਼ਡ ਕ੍ਰਾਈਟੇਰੀਆ ਦਿੱਤਾ ਵੀ ਜੇ ਤੁਸੀਂ ਸੀਰੀਅਸ ਹੋ ਸਾਡੇ ਨਿਊ ਸਾਊਥ ਵੇਲਸ ਦੇ ਰੀਜਨਲ ਵਿੱਚ ਰਹਿਣ ਦੇ, ਸੋ ਦੀਜ਼ ਆਰ ਦਾ ਥਿੰਗਸ ਵੀ ਵੁੱਡ ਬੀ ਲੁਕਿੰਗ ਐਟ। ਇਹਦੇ ਆਸੇ ਪਾਸੇ ਹੀ ਕ੍ਰਾਈਟੇਰੀਆ ਘੁੰਮੂਗਾ ਜ਼ਿਆਦਾ until unless they come up with any new policy, and that's pretty much it। ਓਕੇ, ਥੈਂਕ ਯੂ ਵੈਰੀ ਮਚ Thank you। ਅੱਜ ਇੰਨੀ ਇਨਫੋਰਮੇਸ਼ਨ ਦੇਣ ਵਾਸਤੇ ਤੇ ਸਾਡੇ ਪੁਆਇੰਟਸ ਕਲੀਅਰ ਕਰਨ ਵਾਸਤੇ। ਆਈ ਬਿਲੀਵ ਇਹ ਸਾਰੇ ਜੋ ਵੀ ਸਾਡੇ ਦਰਸ਼ਕ ਦੇਖ ਰਹੇ ਹਨ ਇਹਨਾਂ ਸਾਰਿਆਂ ਨੂੰ ਇਹ ਹੈਲਪਫੁਲ ਹੋਏਗਾ, ਯੂਜ਼ਫੁਲ ਹੋਏਗਾ। ਤੇ ਮੈਂ ਜੇ ਤੁਹਾਨੂੰ ਫਰਦਰ ਕੋਈ NSW 491 ਬਾਰੇ ਜਾਂ ਕਿਸੇ ਹੋਰ ਸਟੇਟ ਬਾਰੇ ਜੇ ਤੁਸੀਂ ਕੋਈ ਫਰਦਰ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਹੋਪ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮਿਸਟਰ ਸੁਰਿੰਦਰਪਾਲ ਸਿੰਘ ਜੋ ਕਿ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹਨ, ਵਿਨੋਦ ਜੋ ਕਿ ਮੈਂ ਵੀ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹਾਂ, ਤੁਸੀਂ ਕਿਸੇ ਨਾਲ ਵੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਤੇ ਤੁਸੀਂ ਕੋਈ ਵੀ ਫਰਦਰ ਇਨਫੋਰਮੇਸ਼ਨ ਚਾਹੀਦੀ ਹੋਵੇ ਤੇ ਤੁਸੀਂ ਸਾਨੂੰ ਕੰਟੈਕਟ ਕਰੋ। ਥੈਂਕ ਯੂ ਵੈਰੀ ਮਚ।